ਹੈਲੋ ਗੁੱਡ ਮॉर्निंग ਸਟੂਡੈਂਟਸ, ਕਿਵੇਂ ਹੋ ਸਾਰੇ। ਚਲੋ ਅੱਜ ਫਿਰ ਆਪਾਂ ਨੈਕਸਟ ਸੈਸ਼ਨ ਸ਼ੁਰੂ ਕਰਨ ਲੱਗੇ ਹਾਂ। ਲਾਸਟ ਸੈਸ਼ਨ ਕਿਹੜਾ ਸੀ ਜੋ ਆਪਾਂ ਪੜ੍ਹਿਆ ਸੀ, ਉਹ ਹੈਗਾ ਸੀ ਕਮਿਊਨੀਕੇਸ਼ਨ ਸਕਿੱਲਸ ਦਾ। ਤੇ ਉਸ ਦੇ ਨਾਲ ਹੀ ਤੁਹਾਨੂੰ ਮੈਂ ਦੱਸਿਆ ਸੀ ਕਿ ਕੁਝ ਜਿਹੜੇ ਆਪਾਂ ਲੈਸਨਸ ਅੱਗੇ ਰੀਡ ਆਊਟ ਕਰਾਂਗੇ ਉਹ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ ਹੀ ਰਿਲੇਟਡ ਹੋਣਗੇ। ਚਲੋ ਫਿਰ ਹੁਣ ਅੱਜ ਜੋ ਲੈਸਨ ਹੈ ਆਪਾਂ ਜਿਹੜਾ ਪੜ੍ਹਾਂਗੇ ਉਸ ਦਾ ਨਾਮ ਹੈਗਾ ਪ੍ਰਭਾਵੀ ਸੁਣਨ ਦੇ ਹੁਨਰ। ਠੀਕ ਹੈ, ਪ੍ਰਭਾਵੀ ਸੁਣਨ ਦੇ ਹੁਨਰ ਮੀਨਸ ਕੀ ਹੁੰਦਾ ਗਾ, ਇਫੈਕਟਿਵ ਲਿਸਨਿੰਗ ਸਕਿੱਲਸ। ਉਸ ਦਿਨ ਆਪਾਂ ਕਮਿਊਨੀਕੇਸ਼ਨ ਸਕਿੱਲਸ ਦੀ ਗੱਲ ਕੀਤੀ ਸੀ, ਬਟ ਇਸ ਦੇ ਵਿੱਚ ਅੱਜ ਲਿਸਨਿੰਗ ਸਕਿੱਲਸ ਦੀ ਗੱਲ ਹੋਏਗੀ ਵੀ ਅਸੀਂ ਜੋ ਸਾਡੇ ਨਾਲ ਕੋਈ ਪਰਸਨ ਗੱਲ ਕਰ ਰਿਹਾ ਹੈ ਅਸੀਂ ਉਸਨੂੰ ਕਿੰਨੇ ਧਿਆਨ ਨਾਲ ਸੁਣਦੇ ਹਾਂ। ਠੀਕ ਹੈ, ਤਾਂ ਚਲੋ ਇਸ ਦੇ ਵਿੱਚ ਜੋ ਪਹਿਲੀ ਗੱਲ ਹੈ ਉਹ ਇਹੀ ਹੈ, ਪ੍ਰਭਾਵੀ ਸੁਣਨ ਦੇ ਹੁਨਰ ਕੀ ਹੁੰਦੇ ਹਨ। ਵਾਟ ਡੂ ਯੂ ਮੀਨ ਬਾਈ ਇਫੈਕਟਿਵ ਲਿਸਨਿੰਗ ਸਕਿੱਲਸ। ਇਸ ਦੇ ਵਿੱਚ ਉਹਨਾਂ ਨੇ ਕਿਹਾ ਹੋਇਆ ਕਿ ਜਦੋਂ ਕੋਈ ਪਰਸਨ ਆਪਣੀ ਚਾਹਤਾਂ, ਭਾਵਨਾਵਾਂ, ਸੋਚ ਅਤੇ ਵਿਚਾਰਾਂ ਨੂੰ ਸਾਫ਼ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰਗਟ ਕਰਨਾ ਗੱਲਬਾਤ ਪ੍ਰਕਿਰਿਆ ਦਾ ਅੱਧਾ ਭਾਗ ਹੈ। ਮੀਨਸ ਕੀ ਹੈ, ਅੱਧਾ ਭਾਗ। ਜਦੋਂ ਕੋਈ ਦੋ ਪਰਸਨ ਆਪਸ ਦੇ ਵਿੱਚ ਗੱਲ ਕਰਦੇ ਹਨ ਤਾਂ ਜਿਹੜਾ ਫਸਟ ਪਰਸਨ ਹੁੰਦਾ ਗਾ ਉਹ ਆਪਣੇ ਵਿਚਾਰ, ਭਾਵਨਾਵਾਂ ਹੋ ਗਈਆਂ ਉਹ ਕਿਸੇ ਦੂਸਰੇ ਵਿਅਕਤੀ ਦੇ ਸਾਹਮਣੇ ਰੱਖਦਾ ਹੈ, ਜਿਸ ਨੂੰ ਅਸੀਂ ਗੱਲਬਾਤ ਦਾ ਅੱਧਾ ਭਾਗ ਕਹਿੰਦੇ ਹਾਂ। ਅਤੇ ਜਿਹੜਾ ਦੂਸਰਾ ਭਾਗ ਹੁੰਦਾ ਹੈ ਉਹ ਕੀ ਹੁੰਦਾ ਹੈ, ਸੁਣਨ ਵਾਲਾ। ਠੀਕ ਹੈ, ਸੁਣਨ ਵਾਲਾ ਜੋ ਕਿ ਧਿਆਨ ਨਾਲ ਕੇਂਦਰਿਤ ਕਰਨ ਦੀ ਉਸਨੂੰ ਜ਼ਰੂਰਤ ਹੁੰਦੀ ਹੈ। ਜੋ ਵੀ ਉਹਦੀ ਗੱਲਬਾਤ ਹੋ ਰਹੀ ਹੈ ਉਸਨੂੰ ਕਿੰਨੇ ਕੁ ਧਿਆਨ ਨਾਲ ਉਹ ਸੁਣ ਰਿਹਾ ਹੈ। ਗੱਲਬਾਤ ਦਾ ਜਿਹੜਾ ਦੂਜਾ ਅੱਧਾ ਭਾਗ ਹੁੰਦਾ ਹੈ ਉਸਨੂੰ ਅਸੀਂ ਕੀ ਕਹਿੰਦੇ ਹਾਂ, ਉਹ ਸੁਣਨਾ ਅਤੇ ਸਮਝਣਾ ਹੁੰਦਾ ਹੈ। ਠੀਕ ਹੈ, ਪਹਿਲਾ ਭਾਗ ਤਾਂ ਹੋ ਗਿਆ ਜਿਸ ਵਿੱਚ ਅਸੀਂ ਸਿਰਫ ਗੱਲ ਕਰਦੇ ਹਾਂ, ਆਪਣੀ ਫੀਲਿੰਗਸ ਕਿਸੇ ਸਾਹਮਣੇ ਰੱਖਦੇ ਹਾਂ। ਅਤੇ ਸੈਕਿੰਡ ਪਰਸਨ ਦਾ ਕੀ ਕੰਮ ਹੁੰਦਾ ਹੈ, ਉਸਨੂੰ ਧਿਆਨ ਨਾਲ ਸੁਣਨਾ ਅਤੇ ਸਮਝਣਾ। ਠੀਕ ਹੈ, ਅੱਗੇ ਕਹਿੰਦੇ ਨੇ ਪ੍ਰਭਾਵਸ਼ਾਲੀ ਗੱਲਬਾਤ ਦੋ ਵਿਅਕਤੀਆਂ ਦੇ ਵਿਚਕਾਰ ਹੁੰਦੀ ਹੈ। ਠੀਕ ਹੈ, ਜਿਸ ਵਿੱਚ ਸੰਦੇਸ਼ ਪ੍ਰਾਪਤ ਕਰਨ ਵਾਲਾ ਸੰਦੇਸ਼ ਭੇਜਣ ਵਾਲੇ ਦੇ ਸੰਦੇਸ਼ ਨੂੰ ਧਿਆਨ ਨਾਲ ਸੁਣਦਾ ਹੈ ਅਤੇ ਸਮਝਦਾ ਹੈ, ਬਿਲਕੁਲ ਉਸੇ ਲਹਿਜੇ ਵਿੱਚ ਜਿਸ ਵਿੱਚ ਸੰਦੇਸ਼ ਭੇਜਣ ਵਾਲਾ ਸੰਦੇਸ਼ ਦੇਣਾ ਚਾਹੁੰਦਾ ਹੈ। ਠੀਕ ਹੈ, ਤਾਂ ਇਹ ਆਪਾਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਆਪਾਂ ਉਸਨੂੰ ਐਕਟਿਵ ਹੋ ਕੇ ਸੁਣਾਂਗੇ। ਅਗਰ ਅਸੀਂ ਉਹਦੀ ਗੱਲ ਹੀ ਨਹੀਂ ਧਿਆਨ ਨਾਲ ਸੁਣੀ ਤਾਂ ਸਾਨੂੰ ਕੀ ਪਤਾ ਉਹ ਕੀ ਸੰਦੇਸ਼ ਦੇਣਾ ਚਾਹੁੰਦਾ ਸੀ ਅਤੇ ਅਸੀਂ ਕੀ ਸੰਦੇਸ਼ ਲੈ ਰਹੇ ਹਾਂ। ਨੈਕਸਟ ਆਉਂਦਾ ਸਾਡੇ ਕੋਲ ਧਿਆਨ ਨਾਲ ਸੁਣਨ 'ਤੇ ਤੁਸੀਂ ਲੋਕਾਂ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋਗੇ। ਜੇ ਅਸੀਂ ਕਿਸੇ ਨੂੰ ਧਿਆਨ ਨਾਲ ਸੁਣਾਂਗੇ ਤਾਂ ਅਸੀਂ ਉਹਨਾਂ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਾਂਗੇ। ਲੋਕਾਂ ਵਿੱਚ ਤੁਹਾਡੇ ਪ੍ਰਤੀ ਵਿਸ਼ਵਾਸ ਵਧੇਗਾ, ਟਕਰਾਵ ਘਟੇਗਾ। ਟਕਰਾਵ ਕੀ ਹੁੰਦਾ ਜੀ? ਟਕਰਾਵ ਹੁੰਦਾ ਕਿ ਜਦੋਂ ਅਸੀਂ ਨਹੀਂ ਚੱਜ ਨਾਲ ਉਹਨਾਂ ਦੀ ਗੱਲ ਸਮਝਦੇ ਤਾਂ ਸਾਡੇ ਮਤਭੇਦ ਵੱਧ ਜਾਂਦੇ ਨੇ। ਠੀਕ ਹੈ, ਨੈਕਸਟ ਹੈ ਚੰਗੀ ਤਰ੍ਹਾਂ ਸਮਝ ਸਕੋਗੇ ਕਿ ਦੂਜਿਆਂ ਨੂੰ ਕਿਵੇਂ ਉਤਸ਼ਾਹਿਤ ਕਰੀਏ। ਜਿਨ੍ਹਾਂ ਲੋਕਾਂ ਨੂੰ ਤੁਸੀਂ ਪ੍ਰਬੰਧਿਤ ਕਰਦੇ ਹੋ ਉਹਨਾਂ ਵਿੱਚ ਉੱਚ ਪੱਧਰ ਫੈਸਲਾ ਲੈਣ ਲਈ ਪ੍ਰੇਰਿਤ ਕਰ ਸਕੋਗੇ। ਅੱਗੇ ਕਹਿੰਦੇ ਨੇ ਸਹੀ ਤਰੀਕੇ ਨਾਲ ਸੁਣਨ ਦਾ ਅਰਥ ਹੈ ਕਿ ਤੁਸੀਂ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਜੋ ਕਿ ਭਾਸ਼ਣ ਦੇਣ ਵਾਲਾ ਤੁਹਾਨੂੰ ਸੰਦੇਸ਼ ਦੇਣਾ ਚਾਹੁੰਦਾ ਹੈ। ਧਿਆਨ ਨਾਲ ਸੁਣਨਾ ਇਹ ਦੱਸਦਾ ਹੈ ਕਿ ਤੁਸੀਂ ਭਾਸ਼ਣ ਦੇਣ ਵਾਲੇ ਨੂੰ ਸੁਣ ਰਹੇ ਹੋ ਅਤੇ ਸੁਣਨ ਵਿੱਚ ਰੁਚੀ ਰੱਖਦੇ ਹੋ। ਠੀਕ ਹੈ, ਅਤੇ ਭਾਸ਼ਣ ਦੇਣ ਵਾਲੇ ਨੂੰ ਫੀਡਬੈਕ ਦੇਣ ਨਾਲ ਉਸਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਜੋ ਵੀ ਸੰਦੇਸ਼ ਉਸਨੇ ਤੁਹਾਨੂੰ ਦਿੱਤਾ ਸੀ ਉਹ ਤੁਹਾਨੇ ਸਹੀ ਤਰੀਕੇ ਨਾਲ ਪ੍ਰਾਪਤ ਕਰ ਲਿਆ ਹੈ। ਅੱਗੇ ਨੈਕਸਟ ਹੈ ਸੁਚੇਤ ਜਾਂ ਚੁਕੰਨਾ ਹੋ ਕੇ ਸੁਣਨਾ। ਠੀਕ ਹੈ, ਐਕਟਿਵ ਲਿਸਨਿੰਗ। ਸੁਚੇਤ ਜਾਂ ਚੁਕੰਨਾ ਹੋ ਕੇ ਸੁਣਨ ਦਾ ਮਤਲਬ ਹੁੰਦਾ ਹੈ ਕਿ ਜੋ ਗੱਲ ਹੋ ਰਹੀ ਹੈ ਉਸਨੂੰ ਤੁਸੀਂ ਅਸਲ ਵਿੱਚ ਸਮਝ ਰਹੇ ਹੋ ਕਿ ਨਹੀਂ। ਠੀਕ ਹੈ, ਇੱਕ ਤਾਂ ਆਪਾਂ ਵੈਸੇ ਹੀ ਸੁਣ ਰਹੇ ਹਾਂ, ਕਈ ਵਾਰ ਸਾਡਾ ਧਿਆਨ ਕਿਤੇ ਹੋਰ ਹੁੰਦਾ ਗਾ, ਬਟ ਜਦੋਂ ਅਸੀਂ ਐਕਟਿਵ ਹੋ ਕੇ ਸੁਣ ਰਹੇ ਹਾਂ ਇਟ ਮੀਨਸ ਅਸੀਂ ਉਹੀ ਗੱਲ ਨੂੰ ਸੁਣ ਰਹੇ ਹਾਂ। ਠੀਕ ਹੈ, ਤਾਂ ਇਸ ਦੇ ਵਿੱਚ ਕੀ ਹੁੰਦਾ, ਜਿਹੜਾ ਸੁਣਨ ਵਾਲਾ ਹੁੰਦਾ ਹੈ ਉਹ ਬੋਲਣ ਵਾਲੇ ਨੂੰ ਚੈੱਕ ਕਰਦਾ ਹੈ ਕਿ ਜੋ ਕੁਝ ਵੀ ਉਸਨੇ ਬੋਲਿਆ ਹੈ ਕਿ ਸਹੀ ਤਰੀਕੇ ਨਾਲ ਮੈਂ ਉਹ ਸਮਝ ਲਿਆ ਹੈ। ਉਸਨੂੰ ਅਸੀਂ ਕੀ ਕਹਿੰਦੇ ਹਾਂ, ਐਕਟਿਵ ਲਿਸਨਿੰਗ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਲੋਕ ਅਕਸਰ ਇੱਕ ਦੂਜੇ ਨੂੰ ਧਿਆਨ ਨਾਲ ਨਹੀਂ ਸੁਣਦੇ
क्यों नहीं सुनते? क्योंकि कई बार उन्हां दा ध्यान किसी दूजी चीज़ां दे विच हुंदा है, जां ओह जो भी गल कह रहे ने उसका अग्गों कोई आंसर सोच के रखते हैं। इस चक्कर दे विच ओह जो बंदा बोल रहा है वो उसनूं सुन ही नहीं पाते। ध्यान नाल सुनना एक सुनन दा अते दूजिआं नूं जवाब देण दा संगठित तरीका है। यह बोलण वाले उत्ते ध्यान केंद्रित करता है। अगे कुछ साडे कोल टैकनीक्स ने, ठीक है, जिहदे विच असी एक्टिव लिसनिंग नूं यूज़ कर सकते हैं। जिवें भाषण देण वाले उत्ते असी पूरा ध्यान रखना गा कि वो की कह रहा है। जो भी गैर जुबानी संकेत ने उन्हां नूं देखो, क्योंकि कई बार ये शब्दां तो ज़्यादा इंपोर्टेंट हुंदे ने। यह सुनो कि किसी चीज़ नूं किवें कहा गया है, बोलण वाले दी आवाज़ दा उतार चढ़ाव, ठीक है, अते उसदे बोलण दी शक्ति व्यक्ति दे शब्दां तो ज़्यादा बोलदी है। गलबात विच जो रुकावटां हन उन्हां नूं दूर करो। तां जो है गैर मौखिक संकेतां नूं सानूं सराहना चाहिदा है। ਤੁਹਾਡਾ ठहराव ਅਤੇ झुकाव बोलण वाले प्रति ਤੁਹਾਡੀ रुचि ਨੂੰ ਦਰਸਾਉਂਦਾ है। ऐसा नहीं हैगा कि आप लगातार बोली जाइए कोई पोज ना लीए, ठीक है। तो थोड़ा जिहा अपनी टोन दे विच ठहराव होना भी ज़रूरी है। बोलण वाले नूं इन्हां शब्दां नाल उत्साहित कर सकते हैं असी, जिवें यस, आई सी, गो ऑन, ठीक है। जो कहा गया है उसनूं स्पष्ट करन लई प्रश्न पुछो। थोड़ी गल उदों ही क्लीयर हो सकती है जदों तुसी कुछ सुन रहे हो किसी व्यक्ति तो, चाहे तुसी अपने टीचर तो कोई प्रश्न समझ रहे हो, उसनूं अपनी भाषा दे विच रिपीट करो या उसनूं होर क्लीयर करन लई क्वेश्चन पुछो, ठीक है। नैक्सट है बोले गए शब्दां बारे अपनी समझ की जांच करन लई व्यक्ति द्वारा कहे गए शब्दां नूं अपने शब्दां दे विच वर्णन करो। जदों ढुकमा माहौल होवे उदों ही गल करन वाले दी गल दा जवाब दो। भावनात्मक जवाब उत्ते कंट्रोल रखो। बिना रुकावट पैदा किते होए गल करन वाले दी पूरी गल नूं सुनो। बोलण वाले नूं बोलण दे नाल नाल सोचण दा भी समा दिओ। जो कहा गया है उसका सार बनाओ, ठीक है। अगे यह सी साडा एक्टिव लिसनिंग दा सैशन, ठीक है, जिस दे विच तुसी की करना है। पहला तो एक्टिव लिसनिंग या प्रभावी सुनन दे हुनर की हुंदे हन उन्हां बारे लिखना है, ठीक है। फिर तुसी पॉइंट्स लिखने ने जो साडे ध्यान च रहे अगर असी एक्टिव होके सुन रहे हैं। फिर तुसी सुच्चे ते चौकन्ना होके सुनन बारे जो भी है प्रश्न बनाना गा, ठीक है। इस दे विच जो भी डेफिनेशन एक्टिव लिसनिंग दी वो लिखनी है। फिर टैकनीक्स नूं भी अपनी नोटबुक से लिखना गा। उस तो बाद बहुत ही ज़्यादा इंटरस्टिंग एक्सरसाइज है जो तुसी खुद करनी है। चैक यूअर लिसनिंग स्किल्स। घर दे विच तुसी ब्रदर सिस्टर तो होवोगे तो 2 पर्सन इस एक्सरसाइज नूं कर सकते हैं। जिवें तुसी पहला अपनी नोटबुक के उत्ते द यूनाइटेड स्टेट्स ऑफ अमेरिका लिख लियो। उस तो बाद थोड़ा ब्रदर या सिस्टर तुहानूं इंस्ट्रक्शनस देंगे कि पहला जिन्ने भी इस दे विच ई आ रही ने उसनूं कट दो। फिर जो भी 5th लैटर है उसनूं कट दो, एफ नूं ए दे नाल चेंज कर दो, ठीक है। तो एंड दे विच तुसी देखना है कि तुहाडे कोल की रिजल्ट आया है। ये एक्सरसाइज क्यों है? क्योंकि तुसी उदों एक्टिव होकर सुनोगे, एक्टिव लिसनिंग नूं यूज़ करोगे तो असी देखांगे कि तुसी किन्ने ध्यान नाल सुनिया है, तां ही तुहाडा रिजल्ट वधिया आवेगा, ठीक है। तो आई होप स्टूडेंट्स तुहानूं अज दा लैसन समझ आ गया होवेगा। तो बहुत ही आसान है, तुहाडी रियल लाइफ दे विच यूज़ होने वाला है। आपां फिर मिलांगे, ठीक है। बाय बाय।